Dear students, good morning to all of you. I hope you are all safe. ਆਪਾਂ ਕਰ ਰਹੇ ਸੀ ਯੂਨਿਟ 4 ਬਿਜ਼ਨਸ ਸਟੱਡੀ ਦਾ ਜੋ ਚੈਪਟਰ ਕਰ ਰਹੇ ਸੀ ਆਪਾਂ ਪਲੈਨਿੰਗ ਪ੍ਰੋਸੈਸ ਯੋਜਨਾ ਦੀ ਪ੍ਰਕਿਰਿਆ। ਸੋ ਟੂਡੇਜ਼ ਟੌਪਿਕ ਇਸ ਨੀਤੀ ਦੀਆਂ ਕਿਸਮਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਉਦੇਸ਼ਾਂ ਅਤੇ ਨੀਤੀਆਂ ਵਿੱਚ ਕੀ ਅੰਤਰ ਹੁੰਦਾ ਹੈ। ਕਿਉਂਕਿ ਰਿਵੀਜ਼ਨ ਕਰਦੇ ਹਾਂ ਨੀਤੀਆਂ ਆਪਾਂ ਕੀਤਾ ਸੀ ਕਿ ਇਹ ਕੀ ਚੀਜ਼ ਹੁੰਦੀ ਆ, ਇਹ ਦਿਸ਼ਾ ਨਿਰਦੇਸ਼ ਹੁੰਦੇ ਨੇ ਹੇਠਲੇ ਪੱਧਰ 'ਤੇ ਕੰਮ ਕਰਨ ਵਾਲਿਆਂ ਲਈ ਤਾਂ ਕਿ ਉਹ ਪ੍ਰਬੰਧਕਾਂ ਤੋਂ ਵਾਰ-ਵਾਰ ਨਾ ਪੁੱਛਣ, ਉਹ ਆਪਦੇ ਫੈਸਲੇ ਆਪ ਕਰ ਸਕਣ। ਅਤੇ ਅੱਜ ਦੀਆਂ ਵਿਸ਼ੇਸ਼ਤਾਵਾਂ ਸੀਗੀਆਂ ਇਸ ਆਧਾਰ ਸਮਝਣ ਵਿੱਚ ਆਸਾਨੀ, ਵਰਤੋਂ ਦਾ ਖੇਤਰ, ਸ਼ੁੱਧ ਅਤੇ ਲਿਖਤੀ ਲਚਕਤਾ, ਸਰੋਤਾਂ ਦਾ ਧਿਆਨ ਰੱਖਣਾ, ਸੰਪੂਰਨਕਰਨਯੋਗ ਸੰਚਾਰ, ਦੁਬਾਰਾ ਵਿਚਾਰ, ਵਾਜਬ, ਜਾਇਜ਼ ਅਤੇ ਨਿਆਂਪੂਰਨ। ਅਤੇ ਇਸ ਦੀਆਂ ਕੀਤੀਆਂ ਸੀਗੀਆਂ ਆਪਾਂ ਮਹੱਤਤਾ ਵਿੱਚ ਆਪਾਂ ਕੀਤਾ ਸੀਗਾ ਉਦੇਸ਼ਾਂ ਦੀ ਪ੍ਰਾਪਤੀ ਇਸ ਤਰ੍ਹਾਂ ਹੁੰਦੀ ਹੈ, ਸਮੇਂ ਅਤੇ ਕੋਸ਼ਿਸ਼ ਵਿੱਚ ਬੱਚਤ ਹੁੰਦੀ ਹੈ, ਅਧਿਕਾਰਾਂ ਦੀ ਵੰਡ, ਕਾਰਜ-ਵਿਧੀ ਵਿੱਚ ਇਕਸਾਰਤਾ ਆਉਂਦੀ ਹੈ, ਫੈਸਲਾ ਕਰਨਾ ਸੌਖਾ ਹੁੰਦਾ ਹੈ, ਤਾਲਮੇਲ ਕਰਨਾ ਵੀ ਸੌਖਾ ਹੁੰਦਾ ਹੈ, ਮਨੋਬਲ ਵਧਾਉਣ ਵਿੱਚ ਮਦਦ ਕਰਦੀ ਹੈ, ਕੰਟਰੋਲ ਕਰਨ ਵਿੱਚ ਵੀ ਮਦਦ ਕਰਦੀ ਹੈ। ਅਤੇ ਇਸ ਦੀਆਂ ਕਮੀਆਂ ਸੀਗੀਆਂ ਵੀ ਇਹ ਇੱਕ ਸਥਾਈ ਹੱਲ ਨਹੀਂ ਹੈ, ਪਹਿਲ ਦੀ ਇੱਛਾ ਨੂੰ ਦਬਾ ਦਿੰਦੀ ਹੈ, ਮਨੁੱਖੀ ਪਰਖ ਦਾ ਕੋਈ ਬਦਲ ਨਹੀਂ ਹੈ ਅਤੇ ਕੋਈ ਫੌਰੀ ਗੱਲ ਨਹੀਂ, ਮਤਲਬ ਇਹ ਇੰਸਟੈਂਟ ਟਾਈਮ 'ਤੇ ਆਪਾਂ ਨੂੰ ਰਿਜ਼ਲਟ ਨਹੀਂ ਦਿੰਦੀ। ਸੋ ਟੂਡੇਜ਼ ਟੌਪਿਕ ਸਟਾਰਟ ਕਰਦੇ ਹਾਂ ਨੀਤੀ ਦੀਆਂ ਕਿਸਮਾਂ, ਵੀ ਨੀਤੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਸੋ ਨੀਤੀ ਦੀਆਂ ਕਿਸਮਾਂ ਕੀ ਆ, 5 ਤਰ੍ਹਾਂ ਦੀ ਨੀਤੀ ਦੀ ਆਪਾਂ ਕਿਸਮਾਂ ਵੇਖਾਂ। ਪਹਿਲਾਂ ਹੈਗਾ ਮੂਲ ਨੀਤੀ, ਯੋਜਨਾਤਮਕ ਨੀਤੀ, ਥੋਪੀ ਗਈ ਨੀਤੀ, ਲਿਖਤ ਨੀਤੀ ਅਤੇ ਲੁਪਤ ਜਾਂ ਗਰਭਿਤ ਨੀਤੀ। ਸੋ ਪਹਿਲੀ ਨੀਤੀ ਕਰਦੇ ਹਾਂ ਆਪਾਂ ਮੂਲ ਨੀਤੀ। ਮੂਲ ਨੀਤੀ ਤੋਂ ਕੀ ਭਾਵ ਹੈ, ਉਦੇਸ਼ਾਂ ਤੋਂ ਪ੍ਰਾਪਤ ਨੀਤੀ, ਜਿਹੜੀ ਕਿ ਨੀਤੀ ਉਦੇਸ਼ਾਂ ਨੂੰ ਅਚੀਵ ਕਰਨ ਵਾਸਤੇ ਬਣਾਈ ਜਾਂਦੀ ਹੈ ਅਤੇ ਨੀਤੀ ਪ੍ਰਬੰਧਕਾਂ ਦੇ ਦੂਜੇ ਕਰਮਚਾਰੀਆਂ ਦੇ ਕੰਮ ਨਿਰਧਾਰਿਤ ਕਰਦੀ ਹੈ। ਜਿਹੜੀ ਇਹ ਨੀਤੀ ਹੁੰਦੀ ਹੈ, ਪ੍ਰਬੰਧਕ ਜਿਹੜੇ ਇਹਨਾਂ ਨੇ ਪ੍ਰਬੰਧ ਕਰਨਾ ਅਤੇ ਬਾਕੀ ਦੇ ਜਿਹੜੇ ਕਰਮਚਾਰੀ ਉਹਨਾਂ ਦੇ ਕੰਮਾਂ ਨੂੰ ਨਿਰਧਾਰਿਤ ਕਰਦੀ ਹੈ। ਅਤੇ ਕਿਹਨਾਂ ਵੱਲੋਂ ਬਣਾਈ ਜਾਂਦੀ ਹੈ, ਉੱਚ ਪੱਧਰੀ ਪ੍ਰਬੰਧਕਾਂ ਦੁਆਰਾ ਬਣਾਈ ਜਾਂਦੀ ਹੈ। ਅਤੇ ਇਸ ਬਣਾਉਣ ਦਾ ਉਦੇਸ਼ ਕੀ ਹੈ, ਇਸ ਨੂੰ ਹੇਠਲੇ ਪੱਧਰ 'ਤੇ ਫੈਸਲੇ ਕਰਨ ਲਈ ਆਮ ਨਿਰਦੇਸ਼ ਦੇਣਾ। ਜਿਸ ਤਰ੍ਹਾਂ ਆਮ ਨਿਰਦੇਸ਼ ਨੀਤੀਆਂ ਦਾ ਕੰਮ ਹੁੰਦਾ ਹੈ, ਤਾਂ ਇਹ ਜਸਟ ਵੀ ਆਮ ਨਿਰਦੇਸ਼ ਦੇਣ ਲਈ ਬਣਾਈਆਂ ਜਾਂਦੀਆਂ ਨੇ ਹੇਠਲੇ ਪੱਧਰ 'ਤੇ। ਉਦਾਹਰਨ ਦੇ ਤੌਰ 'ਤੇ ਜਿਵੇਂ ਕੱਚਾ ਮਾਲ ਦੀ ਕਮੀ ਜੇ ਆ ਜਾਏ ਕਿਸੇ ਵੀ, ਜੇ ਉਹਨਾਂ ਨੂੰ ਮਤਲਬ ਕਰਮਚਾਰੀਆਂ ਨੂੰ ਜਿਹੜੇ ਕੰਮ ਕਰ ਰਹੇ ਨੇ ਕੰਮ ਕਰ ਰਹੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ, ਤਾਂ ਉਹ ਲੇਟ ਪ੍ਰਵਾਨਗੀ ਸਮੇਂ ਉਹਨਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ, ਉਹ ਹੈਗਾ ਮੂਲ ਨੀਤੀ ਦਾ ਕੰਮ। ਦੂਜੀ ਹੈਗੀ ਯੋਜਨਾਤਮਕ। ਯੋਜਨਾ ਦੇ ਸ਼ਬਦ ਤੋਂ ਹੀ ਅਰਥ ਹੋ ਰਿਹਾ ਹੈ ਅਪੀਲ। ਯੋਜਨਾ ਮਤਲਬ ਜੇ ਕਿਸੇ ਦੇ ਕਹਿਣ 'ਤੇ ਕਰਮਚਾਰੀਆਂ ਦੀ ਅਪੀਲ ਦੇ ਆਧਾਰ 'ਤੇ ਜਦੋਂ ਆਪਾਂ ਕੋਈ ਨੀਤੀ ਤਿਆਰ ਕਰਦੇ ਹਾਂ ਤਾਂ ਉਸਨੂੰ ਕੀ ਕਹਿੰਦੇ ਨੇ, ਯੋਜਨਾ ਨੀਤੀ। ਕਿਸੇ ਵਿਸ਼ੇਸ਼ ਮੁਸੀਬਤ ਦੇ ਹੱਲ ਲਈ ਇਹ ਬਣਾਈ ਜਾਂਦੀ ਹੈ ਅਤੇ ਹੇਠਲੇ ਕਰਮਚਾਰੀਆਂ ਜਿਹੜੇ ਨੀਤੀ ਬਣਾਉਣ ਲਈ ਕਹਿੰਦੇ ਆ ਅਤੇ ਉਹਨਾਂ ਦੀ ਅਪੀਲ 'ਤੇ ਨੀਤੀ ਬਣਾ ਦਿੱਤੀ ਜਾਂਦੀ ਹੈ। ਅਤੇ ਸੰਭਵ ਉਦੋਂ ਹੀ ਹੁੰਦੀ ਹੈ ਜਦੋਂ ਮੂਲ ਨੀਤੀ 'ਚ ਕਮੀ ਹੋਵੇ, ਤਾਂ ਉਦੋਂ ਇਸ ਦੀ ਲੋੜ ਪੈਂਦੀ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਅੱਧੇ ਕਰਮਚਾਰੀ ਵੱਲੋਂ ਧਰਨੇ ਦੀ ਹਾਲਤ ਵਿੱਚ ਕੰਮ ਜਾਰੀ ਰੱਖਣ ਲਈ ਨੀਤੀ, ਵੀ ਇਹ ਮੁਸ਼ਕਿਲ ਆ ਵੀ ਅੱਧੇ ਜਿਹੜੇ ਕਰਮਚਾਰੀ ਉਹਨਾਂ ਨੇ ਬੈਨ ਕਰਤਾ ਕੰਮ ਕਰਨਾ, ਮਤਲਬ ਉਹ ਲੌਕਆਊਟ ਕਰ ਗਏ ਨੇ ਅਤੇ ਬਾਕੀ ਜਿਹੜੇ ਕੰਮ ਜਾਰੀ ਕਰ ਰਹੇ ਆ ਤਾਂ ਉਹਨਾਂ ਲਈ ਕੀ ਨੀਤੀ ਹੋਵੇਗੀ, ਇਹ ਮੁਸ਼ਕਿਲ ਦਾ ਹੱਲ ਕਰਨਾ ਉਸੇ ਨੀਤੀ ਲਈ ਕਹਿ ਸਕਦੇ ਨੇ। ਨੰਬਰ 3 'ਤੇ ਥੋਪੀ ਗਈ ਨੀਤੀ। ਥੋਪੀ ਗਈ ਨੀਤੀ ਕੀ ਹੈ, ਇਹ ਬਾਹਰੀ ਪ੍ਰਭਾਵ ਕਰਕੇ ਹੁੰਦੀ ਹੈ। ਜਿਵੇਂ ਕਿ ਬਾਹਰੀ ਪ੍ਰਭਾਵ ਕਿਹਦਾ ਹੋ ਸਕਦਾ, ਸਰਕਾਰੀ ਨਿਯਮਾਂ ਦਾ, ਸਰਕਾਰ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਬਣਾਏ ਆ, ਕਰਮਚਾਰੀ ਸੰਘ ਜਾਂ ਵਪਾਰਕ ਸੰਘ, ਇੰਡਸਟਰੀਅਲ ਔਰਗਨਾਈਜੇਸ਼ਨ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਆਦਿ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਪ੍ਰਭਾਵ ਸੰਗਠਨ ਦੇ ਕੰਟਰੋਲ ਤੋਂ ਬਾਹਰ ਹੁੰਦਾ ਹੈ। ਜਿਹੜਾ ਇਹਦਾ ਪ੍ਰਭਾਵ ਪਊਗਾ ਸੰਗਠਨ ਦੇ ਕੰਟਰੋਲ ਵਿੱਚ ਨਹੀਂ ਹੁੰਦਾ, ਉਹ ਬਾਹਰ ਹੋਵੇਗਾ ਅਤੇ ਇਸ ਦੇ ਦਬਾਅ ਹੇਠ ਆ ਕੇ ਇਹਦੀ ਨੀਤੀ ਦੀ ਪਾਲਣਾ ਕਰਨੀ ਪੈਂਦੀ ਹੈ ਹਰੇਕ ਉਦਯੋਗ ਨੂੰ। ਉਦਾਹਰਨ ਦੇ ਤੌਰ 'ਤੇ ਜੇ ਆਪਾਂ ਦੇਖੀਏ, ਜਿਵੇਂ ਪ੍ਰਦੂਸ਼ਣ ਨੀਤੀ ਸਰਕਾਰ ਨੇ ਚਲਾਈ ਹੈ, ਵੀ ਜਿਹੜੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ ਪ੍ਰਦੂਸ਼ਣ ਨੂੰ ਕੰਟਰੋਲ ਕਰਨੀ, ਵੀ ਇਹ ਥੋਪੀ ਗਈ ਨੀਤੀ ਹੈ। ਪਰ ਇਹ ਇਸ ਨੀਤੀ ਦੀ ਅੱਜ ਕੱਲ੍ਹ ਲੋੜ ਵੀ ਹੈ, ਪਰ ਇਹ ਨੀਤੀ ਹਰੇਕ ਨੂੰ ਫੋਲੋ ਕਰਨੀ ਪੈਣੀ ਹੈ। ਇਹ ਕੀ ਆ, ਥੋਪੀ ਗਈ ਨੀਤੀ ਹੈ। ਨੰਬਰ 4 'ਤੇ ਲਿਖਤੀ ਨੀਤੀ। ਲਿਖਤੀ ਨੀਤੀ ਕਿਹੜੀ ਹੁੰਦੀ ਆ, ਜਿਹਦਾ ਕੋਈ ਲਿਖਤ ਰੂਪ ਹੁੰਦਾ, ਜਿਹਦਾ ਕਿ ਰਿਕਾਰਡ ਦਾ ਹਿੱਸਾ ਹੁੰਦਾ, ਮਤਲਬ ਆਪਣੇ ਜਿਹੜੇ ਬੁੱਕਸ ਮੇਨਟੇਨ ਹੋ ਰਹੀਆਂ ਜਿਵੇਂ ਸੰਗਠਨ ਵਿੱਚ, ਤਾਂ ਉਹਦਾ ਕੋਈ ਰਿਕਾਰਡ ਹੋਣਾ ਚਾਹੀਦਾ ਵਾ। ਇਹਨੂੰ ਸਪਸ਼ਟ ਨੀਤੀ ਵੀ ਕਿਹਾ ਜਾਂਦਾ ਹੈ। ਜ਼ਿਆਦਾ ਨੀਤੀਆਂ ਇਸ ਕਿਸਮ ਦੀਆਂ ਹੀ ਹੁੰਦੀਆਂ ਨੇ ਕਿ ਜਿਨ੍ਹਾਂ ਦਾ ਰਿਕਾਰਡ ਹੁੰਦਾ, ਕਿਉਂਕਿ ਲੋੜ ਪੈਣ 'ਤੇ ਆਪਾਂ ਇਹਨਾਂ ਦਾ ਰਿਕਾਰਡ ਦਾ ਪਤਾ ਕਰ ਸਕਦੇ ਹਾਂ। ਨੰਬਰ 5 'ਤੇ ਲੁਪਤ ਜਾਂ ਗਰਭਿਤ ਨੀਤੀ। ਲੁਪਤ ਮਤਲਬ ਜਿਹਦਾ ਨਹੀਂ ਪਤਾ ਹੁੰਦਾ, ਲੁਕੀ ਹੋਈ ਨੀਤੀ ਜਿਵੇਂ ਕਹਿ ਸਕਦੇ ਹਾਂ। ਗਰਭਿਤ ਦਾ ਵੀ ਮੀਨਸ ਉਹੀ ਆ ਵੀ ਜਿਹੜੀ ਨੀਤੀ ਸਪਸ਼ਟ ਤੌਰ 'ਤੇ ਲਿਖੀ ਜਾਂ ਦੱਸੀ ਨਹੀਂ ਹੁੰਦੀ, ਵੀ ਆਪਣੇ ਬੁੱਕਸ ਵਿੱਚ ਰਿਕਾਰਡ ਨਹੀਂ ਹੁੰਦਾ, ਜੇ ਕਿਸੇ ਵੀ ਨੂੰ ਨਹੀਂ ਪਤਾ ਹੁੰਦਾ, ਉਹ ਕੀ ਆ, ਲੁਪਤ ਜਾਂ ਗਰਭਿਤ ਨੀਤੀ। ਪ੍ਰਬੰਧਕਾਂ ਦੇ ਕਾਰ ਵਿਹਾਰ ਦੇ ਢੰਗ ਤੋਂ ਪਤਾ ਲੱਗਦਾ ਵੀ ਇਹ ਨੀਤੀ ਉਹ ਲਾਗੂ ਕਰ ਰਹੇ ਆ। ਜਿਵੇਂ ਉਦਾਹਰਨ ਦੇ ਤੌਰ 'ਤੇ ਜੇਕਰ ਪ੍ਰਬੰਧਕਾਂ ਦਾ ਮਾਟੋ ਕੀ ਆ, ਵੀ ਉਹ ਕੀ ਮੰਨ ਰਹੇ ਆ, ਗ੍ਰਾਹਕ ਹਮੇਸ਼ਾ ਸਹੀ ਹੁੰਦਾ ਹੈ, ਠੀਕ ਹੀ ਹੁੰਦਾ ਹੈ, ਤਾਂ ਇਸ ਤੋਂ ਪਤਾ ਲੱਗਦਾ ਵੀ ਗ੍ਰਾਹਕਾਂ ਪ੍ਰਤੀ ਨੀਤੀ ਦਾ ਪਤਾ ਲੱਗਦਾ ਵਾ, ਜਿਹੜੀ ਕੀ ਹੈ ਲੁਪਤ ਜਾਂ ਗਰਭਿਤ ਨੀਤੀ ਹੈ।
दूजा टॉपिक करते हैं स्टार्ट, उद्देशां ते नीतियां विच की अंतर है। इस तो पहला आपां मीनिंग थोड़ा जिहा क्लीयर करते हैं। उद्देश विच आपां कीता सीगा भी संगठन दे जिहड़े टीचे हुंदे उन्हां नूं उद्देश कहंदे आ, जां कि जिहड़े कि संगठन दे होंद दे कारण हुंदे भी आपां संगठन क्यों चला रहे हैं उन्हां नूं आपां कह रहे हैं उद्देश। ते नीतियां तो की भाव है, हेठले पੱਧਰ नूं दिशा निर्देश देण लई जिहड़ी चीज़ बनाई जांदी है उन्हां नूं की कहंदे आपां नीतियां। तो पहला डिफरेंस दे आधार भी ने पहला आपां किहड़ा आधार लै रहे हैं इन्हां दे अंतर दा, प्रकृति मतलब नेचर भी किहड़े उद्देशां राहीं आपां की अचीव कर सकदे हां ते नीतियां राहीं आपां की अचीव कर सकदे हां। उद्देशां विच की हुंदा, उद्देश संगठन दी होंद दा आधार हुंदे ने भी आपां कोई भी संगठन क्यों चला रहे हैं ये अपने उद्देशां तो पता लगूगा, संगठन के उद्देशां तो पता लगूगा। इन्हां दी पूर्ति संगठन के दूजे स्रोतां की वरतों करके, मतलब काफ़ी ज़्यादा स्रोतां की जिवें मैन लेबर ਜਾਂ कैपीटल की थां की वरतों करके, पूंजी थां ते वरतों करके आपां उद्देशां की प्राप्ति करनी है। तो नीतियां का की हुंदा उद्देश, नीतियां उद्देशां लई दिशा निर्देश हुंदियां ने भी उद्देश आपां किवें अचीव करने आ, वो कौन दस्सणगे आपां नूं, नीतियां। नंबर 2 ते की है निश्चित करना, जिहड़े उद्देश कौन निश्चित करदे, उच्च पੱਧਰੀ प्रबंधक निश्चित करदे ने ते जिहड़ियां नीतियां वा ਉਹ उच्च पੱਧਰੀ प्रबंधक दरम्याने पੱਧਰ ਦੇ ਜਿਹੜੇ प्रबंधक ਹੁੰਦੇ ਉਹ ਤਿਆਰ ਕਰਦੇ ਨੇ। नंबर 3 ते की है खेत्र, भी किहड़े खेत्र में यूज़ किया जाता, वरतों किया जाता है भी उद्देशां की प्राप्ति जां कार्रवाई दा जां रस्ता इन्हां तो पता लगता है भी आपां नूं उद्देशां जिहड़े उद्देश अपने है ना उहदी कार्रवाई की होनी चाहिए, उहदा किहड़े रस्ते राहीं आपां वो उद्देशां नूं प्राप्त कर सकते हैं, वो उद्देशां तो पता लगूगा। खेत्र हुंदा इस विच भी इस विच उद्देशां दा खेत्र है। ते नीतियां दा खेत्र विच की हुंदा भी नीतियां च की कीता जांदा, नीतियां जिहड़ियां हुंदियां उद्देशां ਨੂੰ ਪ੍ਰਾਪਤੀ ਲਈ ਜ਼ਰੂਰੀ ਢਾਂਚਾ ਉਪਲਬਧ ਕਰਾਉਂਦੀਆਂ ਨੇ, ਵੀ ਨੀਤੀਆਂ ਦੱਸਦੀਆਂ ਨੇ ਵੀ ਆਪਾਂ ਉਦੇਸ਼ਾਂ ਨੂੰ ਕਿਵੇਂ ਅਚੀਵ ਕਰ ਸਕਦੇ ਹਾਂ। ਨੰਬਰ 4 ਕੀ ਹੈ ਕਾਂਡ, ਕਾਂਡ ਦਾ ਮਤਲਬ ਕੀ ਹੈ ਜਨਮ ਦੇਣਾ ਜਾਂ ਖੋਜ ਕਰਨਾ। ਜਿਹੜੇ ਉਦੇਸ਼ ਆ ਉਹ ਕਾਰੋਬਾਰ ਦੀ ਕਾਂਡ ਆ, ਵੀ ਜੇ ਆਪਾਂ ਕਾਰੋਬਾਰ ਚਲਾ ਰਹੇ ਹਾਂ ਉਹਨਾਂ ਤੋਂ ਆਪਣੇ ਉਦੇਸ਼ ਸਾਬਿਤ ਹੋਣਗੇ, ਮਤਲਬ ਕਾਰੋਬਾਰ ਦੀ ਹੋਂਦ ਆ ਅਤੇ ਉਹਨਾਂ ਤੋਂ ਉਦੇਸ਼ਾਂ ਦਾ ਜਨਮ ਹੁੰਦਾ ਹੈ। ਅਤੇ ਨੀਤੀਆਂ ਕਿਹਨਾਂ ਤੋਂ ਨਿਕਲ ਕੇ ਆਉਂਦੀਆਂ ਨੇ, ਉਦੇਸ਼ਾਂ ਤੋਂ। ਜੇ ਆਪਣੇ ਕੋਲ ਉਦੇਸ਼ ਹੈ ਤਾਂ ਆਪਾਂ ਨੀਤੀਆਂ ਅਫਕੋਰਸ ਬਣਾਵਾਂਗੇ ਉਹਨਾਂ ਨੂੰ ਅਚੀਵ ਕਰਨੇ ਉਦੇਸ਼ਾਂ ਨੂੰ। नंबर 5 ਤੇ ਕੀ ਹੈ ਸੰਬੰਧ, ਜਿਹੜਾ ਇੱਕ ਉਦੇਸ਼ ਆ ਕਈ ਨੀਤੀਆਂ ਲਈ ਵਰਤੋਂ ਮਤਲਬ ਲੋੜ ਪੈ ਸਕਦੀ ਹੈ ਵੀ ਇੱਕ ਉਦੇਸ਼ ਨੂੰ ਪੂਰਾ ਕਰਨ ਵਾਸਤੇ। ਉਦਾਹਰਨ ਦੇ ਤੌਰ 'ਤੇ ਜੇ ਆਪਾਂ ਆਰਥਿਕ ਹਾਲਤ ਦੇ ਆਧਾਰ 'ਤੇ ਉਦੇਸ਼ ਰੱਖਣਾ ਵੀ ਆਪਾਂ ਆਪਦੇ ਸੰਗਠਨ ਦੀ ਆਰਥਿਕ ਹਾਲਤ ਨੂੰ ਸੁਧਾਰਨਾ, ਤਾਂ ਆਪਾਂ ਨੀਤੀਆਂ ਕਿਹੜੀਆਂ ਵਰਤ ਸਕਦੇ ਹਾਂ। ਲਾਭ ਅਤੇ ਲਾਗਤ ਦੀ ਨੀਤੀ, ਵੀ ਆਪਣਾ ਕਿੰਨਾ ਲਾਭ ਹੋ ਰਿਹਾ ਵਾ, ਕਿੰਨੀ ਲਾਗਤ ਨੂੰ ਬਚਾ ਕਰਕੇ ਆਪਾਂ ਨੀਤੀ ਬਣਾ ਸਕਦੇ। ਜਿਹੜੀ ਸਟੈਂਡਰਡ ਕੁਆਲਿਟੀ, ਜੇ ਆਪਾਂ ਆਰਥਿਕ ਹਾਲਤ ਨੂੰ ਸੁਧਾਰਨਾ ਚਾਹੁੰਦੇ ਹਾਂ ਤਾਂ ਗੁਡਸ ਵੇਚਣ 'ਤੇ ਆਪਣੀ ਆਰਥਿਕ ਹਾਲਤ ਜਾਂ ਪੈਸਾ ਕਮਾਉਣ 'ਤੇ ਆਰਥਿਕ ਹਾਲਤ ਵਧੀਆ ਹੋ ਸਕਦੀ ਹੈ, ਜਿਹੜੀ ਕਿ ਸਟੈਂਡਰਡ ਕੁਆਲਿਟੀ ਦੀ ਨੀਤੀ ਨੂੰ ਮੇਨਟੇਨ ਕਰਕੇ ਹੋ ਸਕਦੀ ਹੈ। ਜਿਵੇਂ ਨੀਤੀਆਂ ਦੀ ਉਦਾਹਰਨ ਕੀ ਆ, ਇਹਦੇ ਵਿੱਚ ਕੀ ਆ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ 'ਚ ਆਪਾਂ ਉਦੇਸ਼ ਆ, ਤਾਂ ਨੀਤੀ ਇਸ ਵਿੱਚ ਕਿਹੜੀ ਹੋਊਗੀ, ਵੇਤਨ ਸੰਬੰਧੀ ਨੀਤੀ ਵਰਤ ਕੇ ਹੀ ਉਹਨਾਂ ਨੂੰ ਆਪਾਂ ਉਤਸ਼ਾਹਿਤ ਕਰ ਸਕਦੇ ਹਾਂ। ਨੰਬਰ 6 ਤੇ ਕੰਮ, ਉਦੇਸ਼ਾਂ ਦਾ ਕੀ ਕੰਮ ਆ, ਜਿਹੜੇ ਉਦੇਸ਼ ਹੁੰਦੇ ਆ ਉਹ ਨਿਸ਼ਾਨਾ ਦਿਖਾਉਂਦੇ ਨੇ ਮਤਲਬ ਨਿਸ਼ਾਨਾ ਦੱਸਦੇ ਨੇ ਵੀ ਇਹ ਸੰਗਠਨ ਦਾ ਕੀ ਨਿਸ਼ਾਨਾ ਹੈ, ਅਤੇ ਨੀਤੀਆਂ ਉਸ ਨਿਸ਼ਾਨੇ ਤੱਕ ਪਹੁੰਚਣ ਦਾ ਰਸਤਾ ਦੱਸਦੀਆਂ ਨੇ। ਇਹ ਉਹਨਾਂ ਦੇ ਕੰਮ ਆ। ਆਈ ਹੋਪ ਵੀ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ ਅਤੇ ਸਮਝ ਵੀ ਆ ਗਿਆ ਹੋਵੇਗਾ। ਥੈਂਕ ਯੂ ਸੋ ਮਚ।